ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਗਿਆਨ ਟੀਵੀ ਵੱਲੋਂ ਇੱਕ ਨਿਮਾਣਾ ਜਿਹਾ ਯਤਨ ਕੀਤਾ ਗਿਆ ਹੈ ਕਿ ਹਰ ਗੁਰਸਿੱਖ ਆਪਣੇ ਪਰਿਵਾਰ ਸਮੇਤ ਬੱਚਿਆਂ ਨਾਲ ਬੈਠ ਕੇ ਅਰਥਾਂ ਸਮੇਤ ਸਹਿਜ ਪਾਠ ਕਰ ਸਕੇ। ਜਿਨ੍ਹਾਂ ਨੂੰ ਇਹ ਲੱਗਦਾ ਸੀ ਆਪ ਸਹਿਜ ਪਾਠ ਕਰਨਾ ਬਹੁਤ ਔਖਾ ਹੈ, ਉਹਨਾਂ ਲਈ ਬਹੁਤ ਸੌਖੇ ਤਰੀਕੇ ਨਾਲ ਅਰਥਾਂ ਸਮੇਤ ਸਹਿਜ ਪਾਠ ਹੋ ਸਕੇ। ਇਹ ਕੰਟੀਨਿਊ ਸੀਰੀਜ਼ ਰੋਜ਼ਾਨਾ ਇੱਕ ਐਪੀਸੋਡ 35-40 ਮਿੰਟ ਦਾ ਅਪਲੋਡ ਕੀਤਾ ਜਾਂਦਾ ਹੈ। ਤੁਸੀਂ ਆਪਣੇ ਗੁਰੂ ਦੇ ਪਿਆਰ ਵਿੱਚ ਬੈਠ ਕੇ ਇਸ ਵੀਡੀਓ ਨੂੰ ਫੋਲੋ ਕਰਨਾ ਹੈ। ਨਾਲੇ ਤੇ ਸਹਿਜ ਪਾਠ ਕਰਦਿਆਂ ਕਰਦਿਆਂ ਗੁਰੂ ਉਪਦੇਸ਼ ਸੋਚ ਸੁਭਾਅ ਵਿੱਚ ਇੰਸਟਾਲ ਹੋਣਗੇ। ਨਾਲ ਇੱਕ ਆਨੰਦ ਬਣੇਗਾ, ਇੱਕ ਫਖਰ ਜਾਗੇਗਾ। ਇੱਦਾਂ ਲੱਗੇਗਾ ਗੁਰੂ ਸਾਹਿਬ ਖੁਸ਼ ਹੋ ਰਹੇ ਨੇ। ਬਹੁਤ ਪਰਿਵਾਰਾਂ ਨੇ ਇੱਕ ਦੂਸਰੇ ਨੂੰ ਪ੍ਰੇਰਿਤ ਕੀਤਾ ਹੈ। ਕੁਝ ਸੰਸਥਾਵਾਂ ਨੇ ਇਸ ਨੂੰ ਖੁਦ ਆਪ ਸਹਿਜ ਪਾਠ ਕਰੋ ਦੀ ਲਹਿਰ ਵਜੋਂ ਪ੍ਰੇਰਨਾ ਦਿੱਤੀ ਹੈ ਤੇ ਕੁਝ ਕੁ ਨੇ ਸਕੂਲ, ਕਾਲਜ, ਯੂਨੀਵਰਸਿਟੀਆਂ ਦੇ ਸਟੂਡੈਂਟਸ ਨੂੰ ਪ੍ਰੇਰਿਤ ਕੀਤਾ ਹੈ। ਸਾਰਿਆਂ ਦਾ ਬਹੁਤ ਧੰਨਵਾਦ। ਆਪਾਂ ਸਾਰਿਆਂ ਨੇ ਪ੍ਰੇਰਿਤ ਕਰਦੇ ਰਹਿਣਾ ਹੈ। ਜਿਨ੍ਹਾਂ ਨੇ ਹਾਲੇ ਤੱਕ ਸਹਿਜ ਪਾਠ ਨਹੀਂ ਸ਼ੁਰੂ ਕੀਤਾ, ਤੁਸੀਂ YouTube ਤੇ ਜਾਣਾ, ਉੱਥੇ ਗੁਰਗਿਆਨ ਟੀਵੀ ਤੁਹਾਨੂੰ ਇਹ ਲੋਗੋ ਦਿਖਾਈ ਦੇਗਾ। ਇਸ ਲੋਗੋ ਤੇ ਗੁਰਗਿਆਨ ਟੀਵੀ ਤੇ ਜਾ ਕੇ ਤੁਸੀਂ ਸਭ ਤੋਂ ਪਹਿਲਾਂ ਸਬਸਕ੍ਰਾਈਬ ਦਾ ਬਟਨ ਜ਼ਰੂਰ ਦਬਾ ਦੇਣਾ ਤਾਂ ਕਿ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਜਾਵੇ। ਉੱਥੇ ਇੱਕ ਪਲੇਲਿਸਟ ਹੈ SGGS ਸਹਿਜ ਪਾਠ ਵਿਦ ਮੀਨਿੰਗਸ। ਉੱਥੋਂ ਤੁਸੀਂ ਪਿਛਲੇ ਸਾਰੇ ਐਪੀਸੋਡਸ ਸੁਣ ਸਕਦੇ ਹੋ। ਰੋਜ਼ਾਨਾ ਐਪੀਸੋਡ ਅਪਲੋਡ ਹੁੰਦਾ ਹੈ। ਖੁਦ ਆਪ ਸਹਿਜ ਪਾਠ ਕਰੋ ਅਤੇ ਹੋਰਨਾਂ ਨੂੰ ਪ੍ਰੇਰਿਤ ਕਰੋ। ਮਨ ਪੀਰੈ ਸੁਣ ਸ਼ਬਦ ਵਿਚਾਰਾ, ਮਨ ਪੀਰੈ ਸੁਣ ਸ਼ਬਦ ਵਿਚਾਰਾ, ਜਿਮ ਜਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਰੈ ਸੁਣ ਸ਼ਬਦ ਵਿਚਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 155 ਤੇ ਅੰਕਿਤ ਗੌੜੀ ਰਾਗ ਦੇ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਚਾਰਨ ਕੀਤਾ ਹੋਇਆ 13ਵਾਂ ਸ਼ਬਦ। ਇਹਦੇ ਪਹਿਲੇ ਪਦੇ ਤੇ ਰਾਹੋ ਪਦੇ ਦੀ ਵਿਚਾਰ ਆਪਾਂ ਪਿਛਲੇ ਐਪੀਸੋਡ ਵਿੱਚ ਕੀਤੀ ਸੀ। ਦੂਜੇ ਪਦੇ ਤੋਂ ਵਿਚਾਰ ਅੱਜ ਸ਼ੁਰੂ ਹੋ ਰਹੀ ਹੈ। ਜਦੋਂ ਕਦੀ ਕਿਸੇ ਨੂੰ ਡਿਪਰੈਸ਼ਨ ਹੋ ਜਾਂਦਾ ਹੈ ਤੇ ਡਿਪਰੈਸ਼ਨ 5ਵੀਂ 6ਵੀਂ ਸਟੇਜ ਤੇ ਪਹੁੰਚ ਜਾਂਦਾ ਹੈ, ਫਿਰ ਉਹਨੂੰ ਮੈਡੀਸਨ ਵੀ ਅਸਰ ਨਹੀਂ ਕਰਦੀ। ਤੇ ਉਹ ਜਿਹੜੇ ਮਨੋਵਿਗਿਆਨੀ ਨੇ, ਸਾਈਕੈਟ੍ਰਿਕ ਨੇ, ਉਹ ਕਹਿੰਦੇ ਨੇ ਇਸ ਸਟੇਜ ਦੇ ਉੱਪਰ ਸਭ ਤੋਂ ਵਧੀਆ ਤਰੀਕਾ ਹੈ ਆਪਣੀ ਕਾਉਂਸਲਿੰਗ ਆਪ ਕਰਨੀ, ਆਪ ਆਪਣੇ ਆਪ ਨੂੰ ਸਮਝਾਉਣਾ ਔਰ ਆਪਣੇ ਆਪ ਨੂੰ ਪੋਜ਼ਿਟਿਵ ਸੰਦੇਸ਼ ਦੇਣੇ। ਤੇ ਕਮਾਲ ਹੈ, ਆਨੰਦ ਸਾਹਿਬ ਦੀ ਬਾਣੀ ਜੋ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ, ਉਹਦੀਆਂ ਜਿਹੜੀਆਂ ਆਖਰੀ ਪੌੜੀਆਂ ਨੇ ਨਾ, ਆਖਰੀ ਪਦੇ ਨੇ, ਉਹਦੇ ਵਿੱਚ ਸੈਲਫ ਕਾਉਂਸਲਿੰਗ ਹੀ ਸਿਖਾਈ ਗਈ ਹੈ। ਆਪਣੀਆਂ ਅੱਖਾਂ ਨੂੰ ਕਹਿ ਕਿ ਸੰਸਾਰ ਰੱਬ ਦਾ ਰੂਪ ਹੈ ਤੇ ਇਹਨੂੰ ਦੇਖ। ਕੰਨਾਂ ਨੂੰ ਕਿਹਾ ਗਿਆ ਸੱਚ ਸੁਣ। ਸਰੀਰ ਨੂੰ ਕਿਹਾ ਗਿਆ ਤੂੰ ਪੁੱਛ ਇਹਨੂੰ ਕਿ ਸਰੀਰਾ ਮੇਰਿਆ ਜਗ ਮਾਇਕ ਹੈ, ਕਿਆ ਤੁਧ ਕਰਮ ਕਮਾਇਆ, ਤੂੰ ਕੀਤਾ ਕੀ ਹੈ ਪਿਆਰਿਆ। ਇਸੇ ਤਰ੍ਹਾਂ ਹੀ ਸੈਲਫ ਕਾਉਂਸਲਿੰਗ ਇਸ ਦੂਸਰੇ ਪਦੇ ਵਿੱਚ ਵੀ ਹੈ। ਆਪਣੀ ਸਰੀਰ ਨਾਲ, ਆਪਣੀ ਕਾਇਆ ਨਾਲ ਗੱਲ ਹੋ ਰਹੀ ਹੈ। ਆਓ ਸਿੱਖਣ ਦਾ ਯਤਨ ਕਰੀਏ। ਹਉ ਤੁਧ ਆਖਾਂ ਮੇਰੀ ਕਾਇਆ, ਤੂੰ ਸੁਣ ਸਿੱਖ ਹਮਾਰੀ। ਇਹ ਮੇਰਾ ਸਰੀਰ, ਇਹ ਮੇਰੀ ਕਾਇਆ, ਮੈਂ ਤੈਨੂੰ ਸਮਝਾਉਣਾ, ਤੈਨੂੰ ਆਖਦਾ, ਤੂੰ ਮੇਰੀ ਸਿੱਖਿਆ ਨੂੰ ਸੁਣ। ਸਿੱਖਿਆ ਕਿਹਦੀ ਹੈ? ਗੁਰੂ ਦੀ ਹੈ। ਮਨ ਨੇ ਗੁਰਬਾਣੀ ਦੇ ਵਿੱਚੋਂ ਗੁਰਸਰੂਪ ਦੇ ਦੀਦਾਰ ਕੀਤੇ। ਗੁਰਸਰੂਪ ਰੱਬ ਦਾ ਗਿਆਨ ਹੈ, ਰੱਬੀ ਉਪਦੇਸ਼ ਨੇ। ਉਹ ਉਪਦੇਸ਼ ਯੂਨੀਵਰਸ ਦੇ ਹਰ ਵਰਤਾਰੇ ਵਿੱਚੋਂ ਸਮਝ ਆਉਂਦੇ ਨੇ, ਪਰ ਮਨ ਨੂੰ ਸਮਝਣੇ ਨਹੀਂ ਸੀ ਆਉਂਦੇ। ਜਦੋਂ ਗੁਰੂ ਕੋਲ ਗਿਆ, ਗੁਰਸਰੂਪ ਦੇ ਦੀਦਾਰ ਕੀਤੇ। ਦੀਦਾਰ ਕਿਵੇਂ ਹੋਏ? ਜਦੋਂ ਇਹ ਭਾਵਨਾ ਬਣੀ ਮੈਂ ਗੁਰੂ ਦੀ ਆਵਾਜ਼ ਨੂੰ ਸਮਝਣਾ, ਗੁਰੂ ਸਾਹਿਬ ਕਹਿ ਕੀ ਰਹੇ ਨੇ, ਯਾਨੀ ਸਤਿਗੁਰ ਸਰੂਪ ਨਾਲ ਪਿਆਰ ਹੋਇਆ, ਗੁਰਸਰੂਪ ਦੀ ਦਾਤ ਮਿਲੀ, ਗੁਰਸਰੂਪ ਦੇ ਦੀਦਾਰ ਹੋਏ। ਜੋ ਅਰਦਾਸ ਵਿੱਚ ਕਿਹਾ ਜਾਂਦਾ ਨਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਫਿਰ ਗੁਰਸਰੂਪ ਦੇ ਦੀਦਾਰ ਹੋਏ। ਮਨ ਨੇ ਗੁਰੂ ਤੋਂ ਸਿੱਖਿਆ, ਗੁਰੂ ਦਾ ਨਜ਼ਰੀਆ ਮਿਲਿਆ, ਗੁਰੂ ਦੀ ਸੋਚ ਮਿਲੀ। ਇਹ ਜੀਵਨ ਕੀ ਹੈ, ਜੀਵਨ ਨੂੰ ਕਿਵੇਂ ਜਿਉਣਾ ਹੈ।
ਤੇ ਗੁਰੂ ਦੇ ਨਜ਼ਰੀਏ ਅਨੁਸਾਰ, ਗੁਰਮਤਿ ਵਾਲੀ ਸੋਚ ਅਨੁਸਾਰ ਇਹ ਮਨ ਫਿਰ ਸਰੀਰ ਨੂੰ ਕਹਿੰਦਾ ਤੂੰ ਸਿੱਖਿਆ ਸੁਣ। ਕਿਹੜੀ ਸਿੱਖਿਆ? ਨਿੰਦਾ ਚਿੰਦਾ ਕਰਹਿ ਪਰਾਈ, ਝੂਠੀ ਲਾਏ ਤਵਾਰੀ। ਇਹ ਮਤ, ਇਹ ਮਨਾ, ਇਹ ਕਾਇਆ ਨੂੰ ਕਿਹਾ ਹੈ। ਗਿਆਨ ਇੰਦਰੇ ਕਰਮ, ਜਿਹੜੇ ਗਿਆਨ ਇੰਦਰੇ ਨੇ ਨਾ, ਇਹਨਾਂ ਨੂੰ ਇੱਕ ਭੁੱਖ ਜਾਗ ਪਈ। ਪਹਿਲੀ ਭੁੱਖ ਤਾਂ ਕਿਸੇ ਦੀ ਕਮਜ਼ੋਰੀ ਦੇਖਾਂ, ਕਿਉਂਕਿ ਜਦੋਂ ਕਮਜ਼ੋਰੀਆਂ ਦੇਖਾਂਗੇ ਨਾ, ਉਹ ਨੀਵਾਂ ਜਾਂ ਘਟੀਆ ਜਿਹਾ ਦਿਖਾਈ ਦਿੰਦਾ ਹੈ ਤੇ ਆਪਣੇ ਆਪ ਨੂੰ ਤਸੱਲੀ ਮਿਲਦੀ ਹੈ ਕਿ ਮੈਂ ਚੰਗਾ, ਮੈਂ ਉੱਚਾ, ਉਹ ਘਟੀਆ ਨੇ। ਇਹ ਹਉਮੈ ਵਿੱਚੋਂ ਨਿਕਲੀ ਹੋਈ ਇੱਕ ਖੁਰਾਕ ਹੈ, ਮਨੁੱਖ ਨੂੰ ਪਤਾ ਹੀ ਨਹੀਂ ਲੱਗਦਾ, ਸੁਭਾਅ ਵਿੱਚ ਅਚਨਚੇਤ ਬੈਠ ਜਾਂਦੀ ਹੈ। ਫਿਰ ਉਹਨਾਂ ਕਮਜ਼ੋਰੀਆਂ ਨੂੰ ਦੇਖਦਾ ਹੈ। ਜਦੋਂ ਕਮਜ਼ੋਰੀਆਂ ਦੇਖਦਾ ਹੈ ਨਾ, ਉਹਦੇ ਵਿੱਚ ਗੁਣ ਬਹੁਤ ਨੇ, ਉਹਨਾਂ ਗੁਣਾਂ ਨੂੰ ਪਾਸੇ ਕਰ ਦਿੰਦਾ ਹੈ, ਕਿਉਂਕਿ ਕੇਵਲ ਕਮਜ਼ੋਰੀ ਚੁੱਕਦਾ ਹੈ, ਉਹ ਇਹਨੂੰ ਖੁਰਾਕ ਚਾਹੀਦੀ ਹੈ, ਉਹਦੇ ਪਰਉਪਕਾਰ ਨਹੀਂ ਦੇਖੇਗਾ। ਫਿਰ ਉਹ ਜਦੋਂ ਕਮਜ਼ੋਰੀ ਚੁੱਕ ਲੈਂਦਾ ਹੈ, ਉਹਦੇ ਵਿੱਚੋਂ ਇੱਕ ਨਵੀਂ ਚੀਜ਼ ਨਿਕਲਦੀ ਹੈ, ਇਹਦੇ ਅੰਦਰ ਇੱਕ ਭੜਾਸ ਬਣਦੀ ਹੈ। ਉਹਦਾ ਜ਼ਿਕਰ ਹੋਰ ਥਾਂ ਤੇ ਕਰਨਾ ਚਾਹੁੰਦਾ ਹੈ। ਉਹਦੇ 'ਚ ਵੀ ਹੰਕਾਰ ਦਾ ਰਸ ਹੈ ਕਿ ਉਹ ਵੀ ਮਾੜਾ, ਉਹ ਵੀ ਮਾੜਾ, ਉਹ ਵੀ ਮਾੜਾ, ਇਸ ਲਈ ਮੈਂ ਚੰਗਾ। ਉਹਨੂੰ ਨਿੰਦਾ ਕਹਿੰਦੇ ਨੇ। ਉਹ ਫਿਰ ਨਿੰਦਾ ਜਦੋਂ ਦੂਜਿਆਂ ਦੀ ਵੀ ਸੁਣਦਾ ਹੈ, ਤੇ ਉਹਦੇ 'ਚ ਬਹੁਤ ਸਾਰੀਆਂ ਗੱਲਾਂ ਝੂਠੀਆਂ ਵੀ ਹੁੰਦੀਆਂ ਨੇ। ਆਖੋ ਵਾਹਿਗੁਰੂ। ਨਿੰਦਾ ਦੀ ਆਦਤ ਵਾਲਾ ਕਦੀ ਵੈਰੀਫਾਈ ਨਹੀਂ ਕਰਦਾ ਕਿ ਇਹ ਅਫਵਾਹ ਹੈ ਜਾਂ ਅਸਲੀਅਤ ਹੈ। ਇਹ ਕਿਸੇ ਨੇ ਆਪਣੀ ਨਫ਼ਰਤ ਵਿੱਚੋਂ, ਆਪਣੀ ਜੈਲਸ ਵਿੱਚੋਂ, ਆਪਣੇ ਸਵਾਰਥ ਵਿੱਚੋਂ ਬਣਾ ਕੇ ਝੂਠੀ ਗੱਲ ਪੇਸ਼ ਕੀਤੀ ਹੈ ਜਾਂ ਅਸਲੀਅਤ ਹੈ। ਆਪਾਂ ਦੇਖਦੇ ਸੋਸ਼ਲ ਮੀਡੀਆ ਤੇ ਕਦੀ ਕੋਈ ਵੀਡੀਓ ਵਾਇਰਲ ਹੁੰਦੀ ਹੈ, ਉਹ ਵੀਡੀਓ ਜਾਂ ਉਹ ਪੋਸਟ ਕਈ ਵਾਰੀ 10-15 ਸਾਲ ਪੁਰਾਣੀ ਹੁੰਦੀ ਹੈ। ਅਸੀਂ ਵੈਰੀਫਾਈ ਨਹੀਂ ਕਰਦੇ, ਤਾਂ ਪੁਰਾਣੀ ਗੱਲ ਹੈ, ਗੱਲ ਮਸਲਾ ਹੋ ਚੁੱਕਿਆ ਹੈ, ਉਹ ਤਾਂ ਮਸਲਾ ਮਿਟ ਵੀ ਗਿਆ, ਪਰ ਉਹ ਖੁਰਾਕ ਚਾਹੀਦੀ ਆ। ਆਖੋ ਵਾਹਿਗੁਰੂ। ਝੂਠੀ ਲਾਏ ਤਵਾਰੀ। ਇਹ ਸਰੀਰ, ਇਹ ਕਾਇਆ, ਇਹ ਤੈਨੂੰ ਬਿਮਾਰੀ ਲੱਗ ਗਈ ਹੈ। ਨਿੰਦਾ ਚਿੰਦਾ ਕਰੈ ਪਰਾਈ। ਪਰਾਈ ਨਿੰਦਾ ਵੱਲ, ਚਿੰਦਾ ਦੇ ਅਰਥ ਹੈ ਚਿੰਤਨ, ਤੇਰਾ ਧਿਆਨ ਹੀ ਉੱਧਰ ਰਹਿੰਦਾ ਹੈ। ਤੈਨੂੰ ਦੂਸਰਿਆਂ ਦੀਆਂ ਕਮਜ਼ੋਰੀਆਂ ਦੇਖ ਕੇ ਹੀ ਸਵਾਦ ਆਉਂਦਾ। ਆਖੋ ਵਾਹਿਗੁਰੂ। ਉਹਨਾਂ ਦੀਆਂ ਕਮਜ਼ੋਰੀਆਂ ਦੀ ਡਿਸਕਸ਼ਨ ਕਰਕੇ ਹੀ ਤੈਨੂੰ ਰਸ ਆ ਰਿਹਾ। ਤੂੰ ਵੈਰੀਫਾਈ ਨਹੀਂ ਕਰਦਾ ਕਿ ਸੱਚ ਹੈ ਕਿ ਝੂਠ ਹੈ। ਇਤਵਾਰੀ ਕਰ ਲੈਣਾ ਬਹੁਤ ਬਹੁਤ ਛੇਤੀ, ਕਿਉਂਕਿ ਤੈਨੂੰ ਰਸ ਆਉਂਦਾ ਹੈ। ਇਹ ਜਿਹੜੀ ਤੇਰੀ ਆਦਤ ਹੈ ਨਾ, ਵੇਲ ਪਰਾਈ ਜੋ ਹੈ ਜੀ ਅੜੇ, ਕਰਹਿ ਚੋਰੀ ਬੁਰਿਆਈ। ਪਰਾਈ ਵੇਲ, ਕਿਸੇ ਦਾ ਰੂਪ, ਕਿਸੇ ਦਾ ਰੰਗ ਦੇਖਦਾ, ਤੂੰ ਆਪਣੇ ਰਸ ਪੂਰੇ ਕਰਦਾ ਹੈ। ਤੂੰ ਕਰ ਕੁਛ ਹੋ ਰਿਹਾ, ਤੇਰੇ ਅੰਦਰ ਭਾਵਨਾ ਕੁਛ ਹੋ ਰਿਹਾ, ਤੈਨੂੰ ਪਤਾ ਨਹੀਂ ਲੱਗ ਰਿਹਾ। ਲੱਗਦਾ ਤੇ ਇਹ ਹੈ ਕਿ ਤੂੰ ਇਦਾਂ ਗੱਲਾਂ ਕਰ ਰਿਹਾ ਕਿ ਸ਼ਾਇਦ ਤੂੰ ਸੁਧਾਰ ਚਾਹੁੰਦਾ ਹੈ ਸਮਾਜ ਵਿੱਚ। ਇਦਾਂ ਲੱਗੇਗਾ ਵੀ ਇਹ ਚਾਹੁੰਦਾ ਸੁਧਾਰ ਹੋਵੇ। ਆ ਇਦਾਂ ਕਿਉਂ ਹੋ ਰਿਹਾ, ਇਦਾਂ ਕਿਉਂ ਹੋ ਰਿਹਾ, ਇਹਨਾਂ ਨੂੰ ਇਦਾਂ ਨਹੀਂ ਕਰਨਾ ਚਾਹੀਦਾ, ਇਹਨਾਂ ਨੂੰ ਇਦਾਂ ਨਹੀਂ ਕਰਨਾ ਚਾਹੀਦਾ। ਦੇਖਣ ਨੂੰ ਲੱਗਦਾ ਹੈ ਕਿ ਇਹ ਸੁਧਾਰ ਕਰਨਾ ਚਾਹੁੰਦਾ, ਸ਼ਾਇਦ ਗੱਲਾਂ ਨਾਲ ਸੁਧਾਰ ਹੋ ਜਾਏਗਾ। ਕਦੀ ਗੱਲੀ ਬਾਤੀ ਸੁਧਾਰ ਹੁੰਦਾ ਨਹੀਂ ਹੁੰਦਾ। ਅੰਦਰ ਇਹਦੀ ਛੁਪੀ ਹੋਈ ਬਾਤ ਇਹ ਹੈ ਕਿ ਇਹਨੂੰ ਇਹ ਰਸ ਦੀ ਆਦਤ ਪੈ ਗਈ ਹੈ, ਇਹ ਰਸ ਮਾਣ ਰਿਹਾ, ਇਹਦਾ ਮਨ ਚੋਰੀ ਕਰ ਰਿਹਾ। ਆਖੋ ਵਾਹਿਗੁਰੂ। ਬੁਰੀਆਂ ਆਦਤਾਂ ਵਿੱਚ ਫਸਦਾ ਹੈ। ਹੰਸ ਚੱਲਿਆ ਤੂੰ ਪਿੱਛੇ ਰਹੀ ਹੈ, ਟੁੱਟੜ ਹੋਈਆਂ ਨਾਰੀ। ਇਹਦੇ ਦੋ ਸਿਧਾਂਤ ਬਣਦੇ ਨੇ, ਦੋ ਐਂਗਲ ਨੇ ਇਹਨੂੰ ਸਮਝਣ ਦੇ। ਇੱਕ ਐਂਗਲ ਤਾਂ ਇਹ ਹੈ, ਤੇਰੇ ਅੰਦਰੋਂ ਆਤਮਿਕ ਜੀਵਨ ਰੂਪੀ ਹੰਸ ਚਲਿਆ ਗਿਆ ਪਿਆ। ਇਹ ਸਰੀਰ, ਤੇਰੇ ਵਿੱਚੋਂ ਆਤਮਿਕ ਜੀਵਨ ਗੁਣ ਨਿਕਲਦੇ ਜਾ ਰਹੇ ਨੇ, ਤੇ ਪਿੱਛੇ ਤੂੰ ਛੁੱਟੜ ਨਾਰੀ ਵਾਂਗ ਇੱਕ ਆਤਮਿਕ ਮੌਤ ਵਾਲਾ, ਸੁੰਗੜੀ ਹੋਈ ਸੋਚ, ਸੁੰਗੜੇ ਹੋਏ ਸੁਭਾਅ ਵਾਲਾ ਇੱਕ ਜੀਵਨ ਰਹਿ ਗਿਆ। ਐਸੀ ਇੱਕ ਸੋਚ ਰਹਿ ਗਈ ਹੈ ਅੰਦਰ। ਦੂਸਰਾ ਐਂਗਲ ਇਹਦਾ ਇਹ ਵੀ ਹੈ ਕਿ ਜਦੋਂ ਇਸ ਸਰੀਰ ਦੇ ਵਿੱਚੋਂ ਹੰਸ ਰੂਪੀ ਆਤਮਾ ਨਿਕਲ ਜਾਂਦੀ ਹੈ, ਤੇ ਜਿਵੇਂ ਛੁੱਟੜ ਨਾਰੀ ਜਿਹਨੂੰ ਪਤੀ ਨੇ ਛੱਡ ਦਿੱਤਾ ਹੈ, ਇੱਦਾਂ ਰੱਬ ਦੀ ਜੋਤ ਇਸ ਸਰੀਰ ਨੂੰ ਛੱਡ ਕੇ ਚਲੀ ਜਾਂਦੀ ਹੈ, ਤੇ ਇਹ ਇੱਥੇ ਸਰੀਰ ਰੁਲਦਾ ਹੈ। ਤੂੰ ਕਾਇਆ ਰਹੀਆਂ ਸੁਪਨੰਤਰ, ਤੁਧ ਕਿਆ ਕਰਮ ਕਮਾਇਆ। ਤੂੰ ਲਾਪਰਵਾਹੀ ਦੀ ਨੀਂਦ ਵਿੱਚ ਸੁੱਤੀ ਰਹੀ, ਤੇਰੀ ਮੱਤ ਸੁੱਤੀ ਰਹੀ। ਇੰਨੀ ਲਾਪਰਵਾਹੀ, ਇੰਨੀ ਲਾਪਰਵਾਹੀ। ਪੈਸੇ ਦੀ ਪ੍ਰਾਪਤੀ, ਪ੍ਰਾਪਰਟੀ ਦੀ ਪ੍ਰਾਪਤੀ ਤੈਨੂੰ ਸਭ ਕੁਝ ਦਿਸਦੀ ਸੀ। ਬਖਸ਼ਿਸ਼ ਦੀ ਪ੍ਰਾਪਤੀ, ਪਰਉਪਕਾਰ ਕਰਨਾ ਹੈ, ਉਹਦੇ ਵਿੱਚੋਂ ਜੋ ਗੁਰੂ ਦੀਆਂ ਖੁਸ਼ੀਆਂ, ਗੁਰੂ ਦੀਆਂ ਰਹਿਮਤਾਂ, ਜੋ ਬੱਚਿਆਂ ਨੂੰ ਗੁਰੂ ਦਾ ਵਿਰਸਾ ਪੜ੍ਹਾ ਕੇ ਉਹਨਾਂ ਨੂੰ ਸਿੱਖੀ ਬਾਰੇ ਜਾਣੂ ਕਰਾਉਣਾ, ਇਹ ਸਭ ਕੁਝ ਦੀ ਤੈਨੂੰ ਕੀਮਤ ਹੀ ਸਮਝ ਨਹੀਂ ਲੱਗੀ। ਇੱਧਰ ਖਿੱਚ ਹੀ ਨਹੀਂ ਪੈਦਾ ਹੋਈ।
ਇਹਦੇ ਲਈ ਕੁਝ ਕਰਨਾ ਤੇਰੇ ਲਈ ਔਖਾ ਲੱਗਦਾ ਰਿਹਾ। ਤੂੰ ਤਾਂ ਜਿਵੇਂ ਸੁਪਨਾ ਦੇਖਿਆ ਇਦਾਂ ਜੀਵਨ ਜਿਉਂ ਲਿਆ ਆਖੋ ਵਾਹਿਗੁਰੂ। ਤੁਧ ਕਿਆ ਕਰਮ ਕਮਾਇਆ, ਇਹ ਕੀ ਕਰਮ ਕੀਤਾ, ਤੂੰ ਕਿਸ ਤਰ੍ਹਾਂ ਦਾ ਸੁਭਾਅ ਕਮਾ ਲਿਆ ਹੈ? ਤੂੰ ਕਿਸ ਤਰ੍ਹਾਂ ਦੀ ਸੋਚ ਬਣਾ ਲਈ ਆਪਣੇ ਅੰਦਰ। ਕਰ ਚੋਰੀ ਮੈਂ ਜਾ ਕੇ ਚਲੀਆ, ਤਾਮਨ ਭਲਾ ਪਾਇਆ। ਤੇਰੇ ਮਨ ਨੇ ਤੈਨੂੰ ਪਤਾ ਹੀ ਨਹੀਂ ਲੱਗਣ ਦਿੱਤਾ। ਚੋਰੀ ਚੋਰੀ ਰਸ ਮਾਣ ਕੇ ਇਹ ਸੁਭਾਅ, ਇਹ ਸੋਚ ਇਕੱਠੀ ਕਰ ਲਈ। ਮਨ ਨੇ ਚੰਗਾ ਕੰਮ ਕਰਮ, ਭਲਾ ਮਾਰਗ, ਚੰਗਾ ਮਾਰਗ, ਇਹਨੂੰ ਚੰਗਾ ਨਾ ਲੱਗਿਆ ਤੇ ਜਦੋਂ ਇਹਨੂੰ ਚੰਗਾ ਮਾਰਗ ਪਾ ਗਿਆ ਨਾ, ਫਿਰ ਸੋਝੀ ਪਈ ਆ ਕੀ ਹੋ ਗਿਆ, ਮੈਂ ਕਿੱਦਾਂ ਜਿਉ ਰਿਹਾ। ਫਲਤ ਨਾ ਸ਼ੋਭਾ, ਫਲਤ ਨਾ ਢੋਈ, ਪਹਿਲਾ ਜਨਮ ਗਵਾਇਆ। ਅੰਦਰ ਬਾਹਰ ਬਖਸ਼ਿਸ਼ ਤੋਂ ਸਖਣਾ ਜੀਵਨ, ਜਨਮ ਗਵਾ ਲਿਆ, ਜੀਵਨ ਵਿਅਰਥ ਗਵਾ ਲਿਆ। ਖਰੀ ਦੁਹੇਲੀ ਹੋਈ, ਬਾਬਾ ਨਾਨਕ ਮੇਰੀ ਬਾਤ ਨਾ ਪੁੱਛੈ ਕੋਈ। ਇਹ ਨਾਨਕ ਜੀ ਮਨ ਨੂੰ ਕਹਿ ਰਹੇ ਨੇ, ਬਾਬਾ ਇਹ ਮਨਾ, ਤੂੰ ਇਸ ਤਰ੍ਹਾਂ ਦਾ ਸੁੰਗੜਿਆ ਹੋਇਆ ਸੁਭਾਅ ਤੇ ਸੁੰਗੜੀ ਹੋਈ ਸੋਚ ਬਣਾ ਲਈ, ਹੁਣ ਤੇਰੀ ਕੋਈ ਬਾਤ ਨਹੀਂ ਪੁੱਛਦਾ। ਤੇਰੇ ਸੁੰਗੜੇ ਹੋਏ ਸੁਭਾਅ ਵਿੱਚੋਂ, ਤੇਰੀ ਸੁੰਗੜੀ ਹੋਈ ਸੋਚ ਵਿੱਚੋਂ, ਤੇਰੀ ਤੰਗ ਦਿਲ ਸੋਚ ਤੇ ਆਪਣੇ ਹੰਕਾਰ ਵਾਲਾ ਸੁਭਾਅ, ਇਹਨੇ ਜੋ ਖਿਲਾਰਾ, ਜੋ ਬੀਜ ਤੇਰੀ ਜ਼ਿੰਦਗੀ ਦੇ ਵਿੱਚ ਦੁੱਖਾਂ ਦੇ ਫਲ ਬਣਦੇ, ਜੀਵਨ ਤੇਰਾ ਉਲਝਣ ਤਾਣੀ ਬਣਦਾ ਹੈ। ਫਿਰ ਉਹ ਦੁੱਖਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਆਖੋ ਵਾਹਿਗੁਰੂ। ਰਹਾਓ, ਇਹ ਸ਼ਬਦ ਦਾ ਸੈਂਟਰਲ ਆਈਡੀਆ ਹੈ। ਕੀ ਕਰੇਗਾ ਤੇਰੀਆਂ ਦੁਨਿਆਵੀ ਪ੍ਰਾਪਤੀਆਂ, ਕੀ ਕਰਨਗੀਆਂ ਉਹ ਪ੍ਰਾਪਤੀਆਂ ਜਿਹਦੇ ਪਿੱਛੇ ਤੂੰ ਸਾਰੀ ਜ਼ਿੰਦਗੀ ਲਾਤੀ। ਆਜੀ ਤੁਰਕੀ ਸੋਇਨਾ ਰੂਪਾ, ਕੱਪੜ ਕੇਰੇ ਭਾਰਾ। ਆਜੀ ਤੁਰਕੀ, ਬਹੁਤ ਵਧੀਆ ਵਧੀਆ ਘੋੜੇ ਤੁਰਕ ਤੋਂ ਮੰਗਾਉਣੇ, ਸੋਇਨਾ ਚਾਂਦੀ, ਕੱਪੜੇ, ਇਸ ਹੀ ਨਾਲ ਨਾ ਚੱਲੇ ਨਾਨਕ, ਝੜ ਝੜ ਪਏ ਗਵਾਰਾ। ਕਿਸੇ ਦੇ ਨਾਲ ਨਾ ਦੁੱਖਾਂ 'ਚ ਨਿਭਦੇ ਨੇ, ਨਾ ਮੌਤ ਤੋਂ ਬਾਅਦ ਨਾਲ ਜਾਂਦੇ ਨੇ। ਮੁਸੀਬਤ ਵਿੱਚ ਇਹ ਚੀਜ਼ਾਂ ਨਹੀਂ ਨਿਭਦੀਆਂ ਨਾਲ, ਕੁਛ ਨਹੀਂ ਕਰਦੀਆਂ। ਦੁਨਿਆਵੀ ਪ੍ਰਾਪਤੀਆਂ ਜਦੋਂ ਆਪਣੀ ਹੀ ਸੋਚ ਦੀ ਬੁਣੀ ਹੋਈ ਉਲਝਣ ਤਾਣੀ ਵਿੱਚ ਫਸਦਾ ਹੈ ਨਾ, ਆਪਣੇ ਸੁਭਾਅ ਦੇ ਟੋਏ ਵਿੱਚ ਡਿੱਗ ਕੇ ਦੁਖੀ ਹੁੰਦਾ ਹੈ ਨਾ, ਇਹ ਦੁਨਿਆਵੀ ਪ੍ਰਾਪਤੀਆਂ ਇਹਨੂੰ ਸੁੱਖ ਨਹੀਂ ਦੇ ਸਕਦੀਆਂ ਆਖੋ ਵਾਹਿਗੁਰੂ। ਸਗੋਂ ਇਹਨੂੰ ਅੰਦਰੋਂ ਅੰਦਰੀ ਚੜਾਉਂਦੀਆਂ ਨੇ। ਤਾਂ ਕੀਤਾ ਕੀ ਆਖੋ ਵਾਹਿਗੁਰੂ। ਝੜ ਝੜ ਪਏ ਇਹਦੇ ਗੁਣ ਝੜਦੇ ਨੇ, ਗਵਾਰਾ ਇਹ ਮੂਰਖ ਹੈ ਮਨ, ਇਸ ਤਰ੍ਹਾਂ ਜਿਉ ਰਿਹਾ। ਪੂਜਾ ਮੇਵਾ ਮੈਂ ਸਭ ਕੁਛ ਚਾਖਿਆ, ਇੱਕ ਅੰਮ੍ਰਿਤ ਨਾਮ ਤੁਮਾਰਾ। ਪੂਜਾ ਮੇਵਾ, ਦੁਨੀਆ ਦੇ ਜਿਤਨੇ ਵੀ ਰਸ ਨੇ, ਸਵਾਦਲੇ ਰਸ ਨੇ, ਸਾਰੇ ਇੱਕ ਪਾਸੇ ਗਿਆਨ ਰੂਪੀ ਨਾਮ ਤੇ ਧਿਆਨ ਰੂਪੀ ਨਾਮ ਵਾਹਿਗੁਰੂ ਜੀ ਤੁਹਾਡਾ, ਉਹਦਾ ਰਸ ਚੱਖ ਕੇ ਦੇਖਿਆ। ਇਹਦੇ ਮੁਕਾਬਲੇ ਤੇ ਦੁਨੀਆ ਦੇ ਪੂਜਾ ਮੇਵਾ ਕੋਈ ਵੀ ਰਸ ਬਰਾਬਰ ਨਹੀਂ ਪਹੁੰਚ ਸਕਦਾ ਆਖੋ ਵਾਹਿਗੁਰੂ। ਦੇ ਦੇ ਨੀਵ ਦੀਵਾਲ ਉਸਾਰੀ, ਭਸਮੰਦਰ ਕੀ ਢੇਰੀ। ਇਹਨੇ ਬੜੇ ਯਤਨ ਕਰ ਕਰਕੇ ਅੰਦਰ ਸੋਚ ਤੇ ਸੁਭਾਅ ਦੀ ਇੱਕ ਮਹਿਲ ਉਸਾਰ ਲਿਆ। ਉਹ ਜਿਹੜਾ ਸੈਲਫਿਸ਼ ਥਾਟ ਵਾਲਾ, ਮਨਮੁਖ ਸੁਭਾਅ ਵਾਲਾ ਮਹਿਲ ਹੈ ਤੇ ਮਨਮਤ ਵਾਲੀ ਸੋਚ ਦਾ ਮਹਿਲ ਹੈ, ਇਹ ਐਕਚੁਅਲੀ ਭਸਮੰਦਰ ਕੀ ਢੇਰੀ, ਗੁਣਾਂ ਨੂੰ ਭਸਮ ਕਰਕੇ ਅੰਦਰ ਪੈਦਾ ਹੋਇਆ ਇਹ ਸੁਭਾਅ ਹੈ। ਇਹਨੇ ਕਿਸੇ ਕੰਮ ਨਹੀਂ ਦੇਣਾ। ਅਖੀਰ ਇਹ ਸਰੀਰ ਵੀ ਭਸਮ ਦੀ ਢੇਰੀ ਆ ਆਖੋ ਵਾਹਿਗੁਰੂ। ਇਹਨੇ ਵੀ ਸੜ ਜਾਣਾ। ਸੰਚੇ ਸੰਚ ਨਾ ਦੇਈ ਕਿਸਹੀ, ਅੰਧ ਜਾਣਾ ਸਭ ਮੇਰੀ। ਜੋ ਕੁਛ ਵੀ ਮੇਰੀ 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 ਕਹਿ ਕੇ ਸੰਚਿਆ ਹੈ, ਇਕੱਠਾ ਕੀਤਾ ਹੈ, ਨਾ ਇਹ ਦੁੱਖਾਂ 'ਚ ਨਿਭਦਾ ਹੈ, ਨਾ ਮੌਤ ਤੋਂ ਬਾਅਦ ਨਾਲ ਜਾਂਦਾ ਹੈ। ਮਨ ਅੰਧਾ ਹੈ, ਇਹਨੂੰ ਅਸਲੀਅਤ ਸਮਝ ਨਹੀਂ ਆਈ। ਸੋਇਨ ਲੰਕਾ ਸੋਇਨ ਮਾੜੀ, ਹੰਪੈ ਕਿਸੇ ਨਾ ਕੇਰੀ। ਕਹਿੰਦੇ ਸੀ ਰਾਵਣ ਦੇ ਕੋਲ ਸੋਨੇ ਦੀ ਲੰਕਾ ਹੈ, ਭਾਵ ਸੋਨਾ ਬਹੁਤ ਸੀ ਉਹਦੇ ਕੋਲ, ਦੀਵਾਰਾਂ ਤੇ ਵੀ ਲਾਇਆ ਹੁੰਦਾ, ਮਹਿਲਾਂ ਤੇ ਵੀ ਸੋਨਾ ਜੜਿਆ ਹੁੰਦਾ। ਸੋਨੇ ਦਾ ਮਹਿਲ ਨਹੀਂ ਹੁੰਦਾ, ਦੀਵਾਰਾਂ ਤੇ ਸੋਨੇ ਦੇ ਪੱਤਰੇ ਹੁੰਦੇ ਨੇ। ਆਪਾਂ ਦੇਖਦੇ
ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੀਵਾਰਾਂ ਤੇ ਸੋਨੇ ਦੇ ਪੱਤਰੇ ਨੇ, ਗੁੰਬਦ ਤੇ ਸੋਨੇ ਦਾ ਪੱਤਰਾ ਹੈ। ਦੇਖਣ ਵਾਲੇ ਉਹਨੂੰ ਸਵਰਨ ਮੰਦਰ ਕਹਿ ਦਿੰਦੇ ਨੇ, ਗੋਲਡਨ ਟੈਂਪਲ ਕਹਿ ਦਿੰਦੇ ਨੇ। ਦਰਬਾਰ ਸਾਹਿਬ ਹੈ, ਸੋਨੇ ਦੇ ਪੱਤਰੇ ਕਰਕੇ ਲੱਗਦਾ ਹੈ। ਇਸੇ ਤਰ੍ਹਾਂ ਸੋਨੇ ਦੇ ਪੱਤਰੇ ਚੜਾਏ ਸੀ, ਕਹਿੰਦੇ ਸੀ ਰਾਵਣ ਦੇ ਕੋਲ ਸੋਨੇ ਦੀ ਲੰਕਾ ਹੈ। 4 ਚੁਫੇਰੇ ਉਹਨੇ ਸੋਨੇ ਦੇ ਨਾਲ ਸ਼ਿੰਗਾਰਿਆ ਸੀ। ਉਹ ਰਾਵਣ ਵਰਗੇ ਨਹੀਂ ਰਹੇ ਪਿਆਰਿਆ। ਦੁਨੀਆ ਦੀਆਂ ਪ੍ਰਾਪਤੀਆਂ ਰੱਬੀ ਪ੍ਰਾਪਤੀਆਂ ਦੇ ਮੁਕਾਬਲੇ ਤੇ ਕੁਛ ਵੀ ਨਹੀਂ ਆਖੋ ਵਾਹਿਗੁਰੂ। ਸੁਣ ਮੂਰਖ ਮਨ ਅਜਾਣਾ, ਐ ਮੂਰਖ ਮਨਾ, ਐ ਅਣਜਾਣ, ਤੂੰ ਮੰਨ, ਗੁਰੂ ਦੇ ਉਪਦੇਸ਼ ਨੂੰ ਮੰਨ, ਗਿਆਨ ਰੂਪੀ ਨਾਮ ਸੱਚੇ ਗਿਆਨ ਨੂੰ, ਰੱਬ ਦੇ ਉਹਦੇ ਉਪਦੇਸ਼ਾਂ ਨੂੰ ਮੰਨ, ਗੁਰੂ ਤੋਂ ਸਿੱਖ। ਹਰ ਕੁਦਰਤ ਦੇ ਵਰਤਾਰੇ ਵਿੱਚ ਉਹਦੇ ਉਪਦੇਸ਼ ਨੇ, ਉਹਨੂੰ ਸਮਝ, ਸਿੱਖ, ਮੰਨ। ਕਮਾਲ ਹੈ, ਸਾਡਾ ਨਾਮ ਰੱਖਿਆ ਸਿੱਖ, ਸਿੱਖਣ ਵਾਲਾ। ਸਿੱਖਣਾ ਕਿਸ ਲਈ ਹੈ? ਕਿਉਂਕਿ ਮੰਨਣਾ ਹੈ। ਭੋਗ ਤੇ ਸਹਿਕਾ ਭਾਣਾ ਰਹਾਓ, ਸੈਂਟਰਲ ਆਈਡੀਆ ਹੈ ਪਿਆਰਿਆ। ਹੋਣਾ ਉਹ ਹੈ ਜੋ ਰੱਬ ਨੂੰ ਭਾਉਂਦਾ ਹੈ। ਰੱਬ ਨੂੰ ਕਿਵੇਂ ਭਾਉਂਦਾ ਹੈ? ਉਹਨੇ ਸੋਚ ਸੁਭਾਅ ਦੇਖਣਾ ਹੈ, ਉਹਨੇ ਭਾਵਨਾਵਾਂ ਦੇਖਣੀਆਂ ਨੇ, ਉਹਨੇ ਤੇਰੀ ਲਗਨ ਦੇਖਣੀ ਹੈ ਕਿੱਧਰ ਨੂੰ ਹੈ, ਤੇਰੀ ਖਿੱਚ ਕਿੱਧਰ ਨੂੰ ਹੈ, ਤੂੰ ਜ਼ਿਆਦਾ ਤਰਜੀਹ ਕਿਸ ਨੂੰ ਦੇ ਰਿਹਾ, ਤੇਰੀ ਜ਼ਿੰਦਗੀ ਕਿਸ ਚੀਜ਼ ਨੂੰ ਸਮਰਪਿਤ ਹੈ। ਬਸ 2 ਹੀ ਹਿੱਸੇ ਨੇ ਸੁਭਾਅ ਦਾ। ਇੱਕ ਹਿੱਸਾ ਹੈ ਮਨਮੁਖਤਾਈ, ਇੱਕ ਹਿੱਸਾ ਹੈ ਗੁਰਮੁਖਤਾਈ। ਗੁਰਮੁਖਤਾਈ ਨੂੰ ਉਹਨੇ ਬਖਸ਼ਿਸ਼ ਦੇਣੀ ਹੈ ਤੇ ਮਨਮੁਖਤਾਈ ਨੂੰ ਉਹਨੇ ਭਟਕਣਾ ਦੇਣੀ ਹੈ। ਇਹੀ ਪਾਉਂਦਾ ਉਹਨੂੰ। ਉਹਦੇ ਨਿਜ਼ਮ ਅਨੁਸਾਰ ਫੈਸਲੇ ਹੋਣੇ ਨੇ। ਸਮਝ ਪਿਆਰਿਆ। ਸ਼ਾਹ ਹਮਾਰਾ ਠਾਕੁਰ ਭਾਰਾ, ਹਮ ਤਿਸਕੇ ਬਣਜ਼ਾਰੇ। ਮੇਰਾ ਸ਼ਾਹ ਵਾਹਿਗੁਰੂ ਜੀ ਸਭ ਤੋਂ ਵੱਡੇ ਨੇ, ਭਾਰੇ ਨੇ। ਅਸੀਂ ਉਹਦੇ ਬਣਜ਼ਾਰੇ ਹਾਂ, ਬਣਜ਼ ਕਰਦੇ ਹਾਂ ਉਹਦੇ ਤੋਂ। ਵਾਹਿਗੁਰੂ ਜੀ ਤੋਂ ਬਖਸ਼ਿਸ਼ ਲੈਂਦੇ ਹਾਂ, ਗੁਰੂ ਤੋਂ ਉਪਦੇਸ਼ ਗਿਆਨ ਲੈਂਦੇ ਹਾਂ, ਰੱਬੀ ਗਿਆਨ। ਜੀਓ ਪਿੰਡ ਸਭ ਰਾਸ ਤਿਸੈ ਕੀ, ਮਾਰ ਆਪੇ ਜੀ ਵਾਲੇ। ਇਹ ਜ਼ਿੰਦਗੀ, ਇਹ ਜੀਵਨ ਵਾਹਿਗੁਰੂ ਜੀ ਦੀ ਦਿੱਤੀ ਹੋਈ ਪੂੰਜੀ ਹੈ, ਉਹਦੀ ਰਾਸ ਹੈ। ਉਹ ਆਪੇ ਹੀ ਜਨਮ ਦਿੰਦਾ ਹੈ, ਆਪੇ ਹੀ ਮੌਤ ਦਿੰਦਾ ਹੈ। ਉਹਦੇ ਨਿਜ਼ਮ ਦੇ ਵਿੱਚ ਹੀ ਆਤਮਿਕ ਜੀਵਨ ਮਿਲਦਾ ਹੈ, ਉਹਦੇ ਨਿਜ਼ਮ ਵਿੱਚ ਹੀ ਆਤਮਿਕ ਮੌਤ ਮਿਲਦੀ ਹੈ। ਉਹ ਨਿਜ਼ਮ ਹੁਕਮ ਹੈ। ਉਸ ਹੁਕਮ ਨੂੰ ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਗੁਰੂ ਸਾਹਿਬ ਨੇ ਉਹਦੀ ਸੋਝੀ ਕਰਵਾਉਣੀ ਹੈ। ਗੌੜੀ ਚੇਤੀ ਮਹੱਲਾ ਪਹਿਲਾ। ਗੌੜੀ ਚੇਤੀ, ਚੇਤੀ ਕਿਸਮ ਹੈ ਇਸਦੀ। ਇਸ ਗੌੜੀ ਰਾਗ ਦੇ ਵਿੱਚ 14ਵਾਂ ਸ਼ਬਦ ਹੈ ਗੁਰੂ ਨਾਨਕ ਪਾਤਸ਼ਾਹ ਦਾ। ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੋਂ ਘਰ ਬਾਰ ਮਨਾ। ਜਦੋਂ ਅੰਦਰ ਚੇਤਨਾ ਜਾਗਦੀ ਨਾ, ਫਿਰ ਇੱਦਾਂ ਮਹਿਸੂਸ ਹੁੰਦਾ ਕਿ ਮੈਂ ਇਕੱਲਾ, 5 ਵਿਕਾਰ ਨੇ। ਜਾਂ ਇਹਨੂੰ ਇੱਦਾਂ ਵੀ ਕਿਹਾ ਕਿ ਮੈਂ ਇਕੱਲਾ, ਇਹ 5 ਗਿਆਨ ਇੰਦਰੇ ਨੇ। ਅੱਖਾਂ ਕਿਸੇ ਪਾਸੇ ਨੂੰ ਖਿੱਚਦੀਆਂ ਨੇ, ਕੰਨ ਕਿਸੇ ਪਾਸੇ ਨੂੰ ਖਿੱਚਦੇ ਨੇ, ਜ਼ੁਬਾਨ ਕਿਸੇ ਸਵਾਦਾਂ ਵੱਲ ਨੂੰ ਖਿੱਚਦੀ ਹੈ। ਮੈਂ ਅੰਦਰਲੇ ਗੁਣਾਂ ਨੂੰ, ਗੁਰਮੁਖ ਸੁਭਾਅ ਨੂੰ, ਗੁਰਮਤ ਵਾਲੀ ਸੋਚ ਨੂੰ ਕਿਵੇਂ ਸੰਭਾਲ ਕੇ ਰੱਖਾਂ? ਕਿਉਂ ਰੱਖਾਂ ਘਰ ਬਾਰ ਮਨਾ। ਮਾਰਾ ਹੈ ਲੂਟਾ ਹੈ ਨੀਤ ਨੀਤ, ਇਸ ਆਗੈ ਕਰੀ ਪੁਕਾਰ ਜਨਾ। ਨਿਤ ਲੁੱਟਦੇ ਨੇ, ਮਾਰਦੇ ਨੇ, ਆਤਮਿਕ ਮੌਤੇ ਮਾਰਦੇ ਨੇ, ਲੁੱਟੀ ਜਾ ਰਹੇ ਨੇ ਮੇਰੇ ਗੁਣਾਂ ਨੂੰ। ਇਹਦੇ ਅੱਗੇ ਪੁਕਾਰ ਕਰਾਂ? ਸ੍ਰੀ ਰਾਮ ਨਾਮਾ ਉਚਰ ਮਨਾ। ਗਿਆਨ ਰੂਪੀ ਨਾਮ ਉਪਦੇਸ਼, ਉਹਦੀ ਚਰਚਾ ਕਰ, ਉਹਦੀ ਵਿਚਾਰ ਕਰ, ਡਿਸਕਸ਼ਨ ਕਰ, ਉਹਦੇ 'ਚੋਂ ਸਿੱਖ। ਸੋਚ ਸੁਭਾਅ ਦੀ ਪੜਚੋਲ ਕਰ, ਉਹਦੇ ਨਾਲ ਵਿਚਾਰ ਕਰਕੇ ਉਚਰ ਕੇ ਉਸ ਨੂੰ। ਫਿਰ ਗਿਆਨ ਰੂਪੀ ਨਾਮ ਦੇ ਨਾਲ ਸੋਚ ਸੁਭਾਅ ਨੂੰ ਸੰਵਾਰ, ਕਿਉਂਕਿ ਆਗੈ ਜਮਦਲ ਬਿਖਮ ਘਨਾ ਰਹਾਓ। ਸੈਂਟਰਲ ਆਈਡੀਆ ਹੈ। ਅੱਗੇ ਤੇਰੇ ਜੀਵਨ ਦੇ ਸਾਹਮਣੇ ਵਿਕਾਰ ਤੇ ਵਿਕਾਰਾਂ ਦੇ ਰਸਾਂ ਦੀ ਬੜੀ ਵੱਡੀ ਫੌਜ ਖੜੀ ਹੈ। ਉਸਾਰ ਮੜੋਲੀ ਰੱਖੈ ਦੁਆਰਾ, ਭੀਤਰ ਬੈਠੀ ਸਾਧਨਾ। ਇਸ ਸੁਭਾਅ ਦਾ ਮੜੋਲੀ, ਇੱਕ ਸੁਭਾਅ ਦੀ ਮਹਿਲ ਉਸਾਰਿਆ ਹੋਇਆ। ਇਹਦੇ ਵਿੱਚ ਮੱਤ ਬੈਠੀ ਹੈ। ਸੁਭਾਅ ਦੇ ਵਿੱਚ ਮੱਤ ਖੋਟੀ ਹੈ, ਇਸ ਸੁਭਾਅ ਦੇ ਪਿੱਛੇ ਲੱਗ ਰਹੀ ਹੈ। ਚਾਹੀਦਾ ਸੀ ਗੁਰੂ ਦੀ ਮੱਤ ਲੈਂਦੀ ਤੇ ਮਨ ਨੂੰ ਪਿੱਛੇ ਲਾਉਂਦੀ,
ਪਰ ਇਹ ਤਾਂ ਖੁਦ ਬੈਠ ਗਈ ਉਸ ਸੁਭਾਅ ਵਿੱਚ। ਇਹ ਤਾਂ ਸੋਚ, ਨਜ਼ਰੀਆ ਸਾਰਾ ਸੁਭਾਅ ਨੂੰ ਸਮਰਪਿਤ ਕਰ ਦਿੱਤਾ, ਮਨ ਦੇ ਪਿੱਛੇ ਲੱਗਣ ਵਾਲੀ ਮਨਮਤ ਬਣ ਗਈ, ਕਿਉਂਕਿ ਮਨਮੁਖ ਸੁਭਾਅ ਦੇ ਵਿੱਚ ਬੈਠ ਗਈ ਇਹ। ਅੰਮ੍ਰਿਤ ਕੇਲ ਕਰੇ ਨਿਤ ਕਾਮਣ, ਅਵਰ ਲਟੇਨ ਸੋ ਪੰਚ ਜਨਾ। ਇਥੇ ਅੰਮ੍ਰਿਤ, ਆਪਣੇ ਆਪ ਨੂੰ ਮ੍ਰਿਤੂ ਤੋਂ ਰਹਿਤ ਮੰਨ ਬੈਠੀ ਵੀ ਇੱਥੇ ਹੀ ਰਹਿਣਾ ਹੈ, ਇਹ ਜ਼ਿੰਦਗੀ ਇਦਾਂ ਹੀ ਚੱਲਣੀ ਹੈ, ਇਹਨੂੰ ਮੌਤ ਚੇਤੇ ਨਹੀਂ। ਇਸ ਤਰ੍ਹਾਂ ਇਹ ਮ੍ਰਿਤੂ ਤੋਂ ਰਹਿਤ ਮੰਨ ਕੇ ਆਪਣੇ ਆਪ ਨੂੰ ਖੇਲ ਕਰ ਰਹੀ ਹੈ, ਮੱਤ ਆਪਣੀਆਂ ਚਮਦੀਆਂ ਚਲਾ ਰਹੀ ਹੈ, ਮਨ ਦੇ ਨਾਲ ਮਿਲ ਕੇ ਜੀਵਨ ਦੀ ਖੇਲ ਖੇਲ ਰਹੀ ਹੈ। ਇਹ ਪੰਜ ਗਿਆਨ ਇੰਦਰੇ, ਪੰਜ ਵਿਕਾਰ ਇਹਦੇ ਗੁਣਾਂ ਨੂੰ ਲੁੱਟ ਰਹੇ ਨੇ। ਧਾਏ ਮੜੋਲੀ ਲੁੱਟਿਆ ਦਿਹੁਰਾ, ਸਾਤਨ ਪਕੜੀ ਏਕ ਜਨਾ। ਪਹਿਲਾਂ ਤਾਂ ਜਿਹੜੀ ਚੰਗੀ ਮੱਤ ਸੀ ਉਹ ਮੜੋਲੀ ਢਾਹ ਲਈ, ਮਹਿਲ ਢਾਹ ਲਿਆ। ਗੁਰਮੁਖ ਸੁਭਾਅ ਲੁੱਟ ਲਿਆ, ਇਹਦੇ ਗੁਣਾਂ ਨੂੰ ਵੀ ਲੁੱਟ ਲਿਆ। ਆਖੋ ਵਾਹਿਗੁਰੂ। ਇਹ ਮੱਤ ਇਕੱਲੀ ਰਹਿ ਗਈ, ਇਹਦੇ ਨਾਲ ਗੁਰੂ ਦੇ ਉਪਦੇਸ਼ ਨਹੀਂ, ਇਸ ਮੱਤ ਦੇ ਨਾਲ, ਇਸ ਸੋਚ ਦੇ ਨਾਲ ਗੁਰੂ ਦਾ ਨਜ਼ਰੀਆ ਨਹੀਂ, ਇਕੱਲੀ ਰਹਿ ਗਈ। ਜਮ ਡੰਡਾ ਗਲ ਸੰਗਲ ਪੜਿਆ, ਭਾਗ ਗਏ ਸੇ ਪੰਚ ਜਨਾ। ਵਿਕਾਰਾਂ ਨੇ ਰਸਾਂ ਦਾ ਡੰਡਾ ਮਾਰ ਕੇ ਇਹਨੂੰ ਬੰਨ੍ਹ ਲਿਆ ਆਦਤਾਂ ਦੇ ਵਿੱਚ। ਹੌਲੀ ਹੌਲੀ ਵਡੇਪੇ 'ਚ ਜਾਂਦਾ ਹੈ। ਜਿਹੜੇ ਗਿਆਨ ਇੰਦਰੇ ਨੇ ਨਾ, ਇਹ ਵੀ ਭੱਜ ਜਾਂਦੇ ਨੇ, ਜਵਾਬ ਦੇ ਜਾਂਦੇ ਨੇ। ਹੰਕਾਰ ਕਰਨਾ ਚਾਹੁੰਦਾ, ਹੁਣ ਕਰੇ ਕੌਣ? ਇਹਦਾ ਹੰਕਾਰ ਕੋਈ ਚੱਲਦਾ ਨਹੀਂ। ਲੋਭ ਲਾਲਚ ਕਰਨਾ ਚਾਹੁੰਦਾ, ਪਰ ਕੁਛ ਕੀਤਾ ਨਹੀਂ ਜਾਂਦਾ। ਇਹਨੇ ਜ਼ਿੰਦਗੀ ਕਿੱਦਾਂ ਬਿਤਾਈ? ਮਨਮੁਖ ਬਣ ਕੇ, ਮਨਮਤ ਦੇ ਪਿੱਛੇ ਲੱਗ ਕੇ, ਮਨਮੁਖ ਬਣ ਕੇ, ਇਸ ਸ਼ਬਦ ਅਨੁਸਾਰ ਮਨਮੁਖ ਦੇ ਸੁਭਾਅ ਵਿੱਚ ਮਤ ਵਿੱਚ ਬੈਠ ਗਈ। ਔਰ ਜ਼ਿੰਦਗੀ ਕਿਵੇਂ ਜਿਉਈ? ਕਾਮਨ ਲੋੜੈ ਸੋਇ ਨਾ ਰੂਪਾ, ਮਿੱਤਰ ਲੜੇਨ ਸੁਖਾ ਦਾਤਾ। ਔਰਤ, ਪਤਨੀ ਸੋਨਾ ਰੂਪਾ ਭਾਵ ਫੈਸ਼ਨ ਲੋੜਦੀ ਸੀ, ਆਪਣਾ ਸ਼ਿੰਗਾਰ ਲੋੜਦੀ ਸੀ, ਸਾਰੀ ਜ਼ਿੰਦਗੀ ਉਹਦੇ ਤੇ ਲਾਤੀ। ਜਿਹੜੇ ਮਿੱਤਰ ਸੀ, ਸੰਬੰਧੀ ਸੀ, ਉਹ ਖਾਣਾ ਪੀਣਾ ਲੋੜਦੇ ਸੀ, ਐਸ਼ਾਂ ਕਰਨੀਆਂ। ਇੱਦਾਂ ਮਨਮੁਖਤਾਈ 'ਚ ਜੀਵਨ ਬਤੀਤ ਕੀਤਾ। ਨਾਨਕ ਆਪ ਕਰੇ ਤੈਨ ਕਾਰਨ, ਜਾਸੀ ਜਮ ਪ੍ਰਬਾਦ ਹਤਾ। ਜਿਹੜੀ ਮਨਮਤ ਦੇ ਪਿੱਛੇ ਲੱਗ ਕੇ, ਮਨਮੁਖ ਸੁਭਾਅ ਦੇ ਪਿੱਛੇ ਲੱਗ ਕੇ ਪਾਪ ਕਰਮ ਕੀਤੇ ਨੇ, ਵਿਕਾਰਾਂ ਦੀਆਂ ਆਦਤਾਂ ਜਮਾਂ ਦੀ ਫਾਂਸੀ ਹੈ, ਵਿਕਾਰਾਂ ਦਾ ਰਸ ਜਮਾਂ ਦੀ ਪੁਰੀ ਹੈ। ਇਹਦੇ ਵਿੱਚ ਬੱਧਿਆ ਹੋਇਆ, ਇਹਨਾਂ ਆਦਤਾਂ ਵਿੱਚ ਬੱਧਿਆ ਹੋਇਆ ਜੀਵਨ ਬਤੀਤ ਕਰ ਗਿਆ। ਆਖੋ ਵਾਹਿਗੁਰੂ। ਗੌੜੀ ਚੇਤੀ ਮਹੱਲਾ ਪਹਿਲਾ। ਅਗਲਾ ਸ਼ਬਦ ਗੌੜੀ ਚੇਤੀ, ਪਹਿਲੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ, 15ਵਾਂ ਸ਼ਬਦ ਹੈ। ਮੁੰਦਰਾ ਤੇ ਘਟ ਭੀਤਰ ਮੁੰਦਰਾ, ਕਾਇਆ ਕੀ ਜੈ ਖਿੰਥਾ ਤਾ। ਜੋਗੀ ਨਾਲ ਗੱਲ ਹੋ ਰਹੀ ਹੈ। ਜੋਗੀ ਕਿਵੇਂ ਬਣਦਾ ਹੈ? ਉਹ ਮੁੰਦਰਾ ਪਾਉਂਦਾ ਸੀ। ਸਤਿਗੁਰੂ ਕਹਿੰਦੇ ਆਪਣੇ ਹਿਰਦੇ ਵਿੱਚ ਜਿਹੜੀਆਂ ਭਾਵਨਾਵਾਂ ਨੇ, ਇਹਨੂੰ ਵਿਕਾਰਾਂ ਦੇ ਰਸਾਂ ਵੱਲ ਜਾਣ ਤੋਂ ਮੁੰਦ ਲੈ। ਇਹ ਤੇਰੀਆਂ ਅੰਦਰਲੀਆਂ ਮੁੰਦਰਾਂ ਨੇ। ਮੁੰਦਰਾਂ, ਅਸਲੀ ਮੁੰਦਰਾਂ। ਮੁੰਦਰਾਵਾਂ ਦੇ ਵਿੱਚੋਂ ਅਸਲੀ ਮੁੰਦਰਾਵਾਂ ਕੀ ਹੈ? ਅਸਲੀ ਮੁੰਦਰਾ ਹੈ ਘਟ ਭੀਤਰ ਮੁੰਦਰਾ। ਇਹਦੀਆਂ ਭਾਵਨਾਵਾਂ ਨੂੰ ਮੁੰਦ ਲੈ, ਰੋਕ ਲੈ। ਕਾਇਆ ਕੀਜੈ ਖਿੰਥਾ ਤਾ। ਉਹ ਖਿੰਥਾ ਗੋਦੜੀ ਪਹਿਨਦਾ ਸੀ। ਕਹਿੰਦੇ ਕਫਨ ਹੈ, ਮੌਤ ਚੇਤੇ ਹੈ। ਸਤਿਗੁਰੂ ਕਹਿੰਦੇ ਤੂੰ ਇਹ ਸਮਝ, ਇਹ ਜਿਹੜਾ ਸਰੀਰ ਹੈ ਨਾ, ਬਿਨਸਨਹਾਰ ਹੈ, ਇਹੀ ਖਿੰਥਾ ਬਣੇਗਾ। ਇਹਦੇ 'ਚ ਇਹ ਤੇਰੀ ਝੋਲੀ ਬਣੇਗੀ, ਜਿਹਦੇ ਨਾਲ ਬਖਸ਼ਿਸ਼ ਮਿਲਣੀ ਹੈ। ਪੰਜ ਚੇਲੇ ਵਸ ਕੀਜੈ ਰਾਵਲ, ਇਹ ਮਨ ਕੀਜੈ ਡੰਡਾ ਤਾ। ਰਾਵਲ ਜੋਗੀ ਹੈ ਮਨਾ। ਜੇ ਤੂੰ ਅਸਲੀ ਜੋਗੀ ਬਣਨਾ ਹੈ, ਆ ਜਿਹੜੇ ਪੰਜ ਗਿਆਨ ਇੰਦਰੇ ਆ ਨਾ, ਇਹਨਾਂ ਨੂੰ ਚੇਲੇ ਬਣਾ ਲੈ। ਗੁਰਮੁਖ ਸੁਭਾਅ ਤੇ ਗੁਰਮਤ ਵਾਲੀ ਸੋਚ ਅਪਣਾ। ਗਿਆਨ ਇੰਦਰਿਆਂ ਨੂੰ ਗੁਰੂ ਦੇ ਉਪਦੇਸ਼ ਅਨੁਸਾਰ ਚਲਾਉਣਾ ਸਿੱਖ ਲੈ। ਇਹ ਮਨ ਡੰਡਾ ਬਣੇਗਾ, ਵਿਸ਼ਵਾਸ ਬਣੇਗਾ। ਜੋਗ ਜੁਗਤ ਇਵ ਪਾਵਸਤਾ। ਅਸਲੀ ਜੋਗ ਆਪਣੇ ਅੰਦਰ ਇੱਦਾਂ ਪਾ, ਅੰਦਰੋਂ ਜੋਗੀ ਬਣ। ਗੁਰਮਤ ਦਾ ਸਿਧਾਂਤ ਅੰਦਰੋਂ ਜੋਗੀ ਤੇ ਬਾਹਰੋਂ ਰਾਜਾ, ਅੰਦਰੋਂ ਸੰਤ ਤੇ ਬਾਹਰੋਂ ਸਿਪਾਹੀ।
ਇਹ ਸਿਧਾਂਤ ਸਿਖਾਏ ਗੁਰੂ ਨੇ। ਏਕ ਸ਼ਬਦ ਦੂਜਾ ਹੋਰ ਨਾਸਤ, ਕੰਧ ਮੂਲ ਮਨ ਲਾਵਸਥਾ ਰਹਾਓ। ਇਹ ਸੈਂਟਰਲ ਆਈਡੀਆ ਹੈ ਪਿਆਰਿਆ। ਰੱਬੀ ਉਪਦੇਸ਼, ਰੱਬੀ ਗਿਆਨ, ਉਹੀ ਗੁਰੂ ਦਾ ਉਪਦੇਸ਼ ਹੈ, ਉਹੀ ਗਿਆਨ ਰੂਪੀ ਨਾਮ ਹੈ, ਉਹੀ ਗੁਰ ਸਰੂਪ ਹੈ। ਇਸ ਸੱਚੇ ਗਿਆਨ ਤੋਂ ਬਿਨਾਂ ਬਾਕੀ ਸਭ ਕੁਝ ਬਿਨਸਨਹਾਰ ਹੈ। ਤੂੰ ਤਾਂ ਕੰਦ ਮੂਲ ਗਾਜਰ ਮੂਲੀ ਖਾ ਕੇ ਕਹਿਣਾ ਗੁਜ਼ਾਰਾ ਕਰਦਾ ਹੈ, ਇੱਧਰ ਮਨ ਲਾਇਆ ਤੇ ਇਦਾਂ ਹੀ ਜੋਗੀ ਬਣਿਆ ਫਿਰਦਾ ਹੈ। ਇਦਾਂ ਨਹੀਂ ਗੱਲ ਬਣਨੀ। ਮੂੰਡ ਮੰਡਾਇਆ ਜੇ ਗੁਰ ਪਾਈਐ, ਹਮ ਗੁਰ ਕੀਨੀ ਗੰਗਾ ਤਾ। ਕਹਿੰਦੇ ਤੁਸੀਂ ਗੰਗਾ ਦੇ ਕਿਨਾਰੇ ਤੇ ਜਾਂਦੇ ਹੋ, ਆਪਣਾ ਸਿਰ ਮੁਨਵਾਉਂਦੇ ਹੋ ਤੇ ਕਹਿੰਦੇ ਹੋ ਵਧੀਆ ਜੋਗੀ ਹੈ। ਸਤਿਗੁਰੂ ਕਹਿੰਦੇ ਮੈਂ ਆਪਣੇ ਗੁਰ ਸਰੂਪ ਨੂੰ, ਉਪਦੇਸ਼ ਨੂੰ, ਰੱਬੀ ਗਿਆਨ ਨੂੰ, ਸੱਚੇ ਗਿਆਨ ਨੂੰ ਹੀ ਗੰਗਾ ਬਣਾ ਲਿਆ। ਆਖੋ ਵਾਹਿਗੁਰੂ। ਅਜੁਗਤ ਹੈ ਸੱਚੇ ਗਿਆਨ ਵਿੱਚ ਸੋਚ ਸੁਭਾਅ ਦੀ ਮੈਲ ਉਤਾਰਨਾ ਅਸਲੀ ਜੋਗੀ ਹੈ। ਏਕਸ ਚਰਣੀ ਜੇ ਚਿਤ ਲਾਵੈ, ਲਬ ਲੋਭ ਕੀ ਤਾਵਸਤਾ। ਰੱਬ ਦੇ ਚਰਨਾਂ ਨਾਲ, ਰੱਬ ਦੇ ਗੁਣਾਂ ਨਾਲ, ਸੱਚੇ ਗਿਆਨ ਦੇ ਉਪਦੇਸ਼ਾਂ ਨਾਲ ਚਿੱਤ ਜੋੜਨਾ, ਭਾਵ ਉਹਨਾਂ ਨੂੰ ਯਾਦਾਸ਼ਤ ਵਿੱਚ ਰੱਖਣਾ। ਗੁਰੂ ਦੇ ਉਪਦੇਸ਼ ਨੂੰ, ਰੱਬੀ ਗਿਆਨ ਨੂੰ ਯਾਦ ਰੱਖ ਕੇ ਜੀਵਨ ਦੇ ਫੈਸਲੇ ਲੈਣੇ ਔਰ ਜੀਵਨ ਜਿਉਣਾ। ਚਸਕਿਆਂ ਤੋਂ, ਸਵਾਰਥ, ਲੋਭ ਲਾਲਚ ਤੋਂ ਮਨ ਨੂੰ ਰੋਕਣਾ। ਜਪ ਸਨਰੰਜਨ ਰਚ ਸਮਨਾ, ਇਹ ਹੈ ਜ਼ਿੰਦਗੀ ਦਾ ਜਪਣਾ। ਇਸ ਤਰ੍ਹਾਂ ਦੇ ਜਪਣ ਦੇ ਵਿੱਚ ਮਨ ਰਚ ਜਾਵੇ। ਐ ਮਨਾ ਤੂੰ ਰੱਬ ਦੇ ਪਿਆਰ ਵਿੱਚ ਭਿੱਜ ਜਾ। ਕਾਹੇ ਬੋਲਾ ਹੈ ਜੋਗੀ ਕਪਟ ਕਾ ਨਾ ਰਹਾਓ। ਐ ਜੋਗੀ ਤੇਰਾ ਇਹ ਕਪਟ, ਤੇਰੀ ਇਹ ਠੱਗੀ ਠੋਰੀ, ਇਹ ਤੈਨੂੰ ਜੋਗੀ ਨਹੀਂ ਬਣ ਦਿੰਦੀ। ਜੋਗੀ ਕੀ ਕਰਦੇ ਸੀ? ਆਪਣੇ ਚੇਲਿਆਂ ਤੋਂ ਲੋਕਾਂ ਤੇ ਪ੍ਰਭਾਵ ਪਾ ਦੇਣਾ। ਲੋਕਾਂ ਨੇ ਡਰ ਵਿੱਚ ਹਿਪਨੋਟਾਈਜ਼ ਹੋ ਜਾਣਾ। ਫਿਰ ਕਦੀ ਟੋਆ ਪੁੱਟ ਲਿਆ, ਉਹਦੇ 'ਚ ਬੱਚਾ ਉਹਦੇ ਅੰਦਰ ਬਿਠਾਤਾ, ਉਹਨੂੰ ਸਿਖਾ ਦਿੱਤਾ। ਦੂਜੇ ਜੋਗੀ ਨੂੰ ਸਿਖਾਇਆ ਹੋਇਆ ਹੈ। ਗੁਰੂ ਨਾਨਕ ਪਾਤਸ਼ਾਹ ਨੂੰ ਕਹਿੰਦੇ ਨੇ ਧਰਤੀ ਨੂੰ ਪੁੱਛ ਲੈਂਦੇ ਆ ਕਿਹਦੀ ਹੈ? ਇਹ ਸਾਡਾ ਹੀ ਹੈ। ਗੋਰਖ ਮੱਤਾ ਤੂੰ ਇੱਥੇ ਕਿਉਂ ਆ ਗਿਆ? ਤੂੰ ਨਹੀਂ ਟਿਕ ਸਕਦਾ। ਸਤਿਗੁਰੂ ਕਹਿੰਦੇ ਪੁੱਛ ਲਓ। ਉਹ ਉੱਪਰੋਂ ਜੋਗੀ ਪੈਰ ਰੱਖਦਾ ਧਰਤੀ ਤੇ, ਪੈਰ ਰੱਖ ਕੇ ਕਹਿੰਦਾ ਹੈ ਇਹ ਧਰਤੀ ਦੱਸ ਕਿਹਦੀ ਹੈ ਤੂੰ? ਅੰਦਰ ਬੱਚਾ ਬਿਠਾਇਆ ਹੈ। ਉਹ ਬੱਚਾ ਬੋਲਦਾ ਹੈ ਗੋਰਖ ਮੱਤਾ। ਇੱਦਾਂ ਦੇ ਭੁਲੇਖੇ ਪਾਉਂਦੇ ਸਨ। ਲੋਕਾਂ ਨੂੰ ਆਪਣੇ ਨਾਲ ਜੋੜਨ ਵਾਸਤੇ ਆਪਣੇ ਚੇਲਿਆਂ ਰਾਹੀਂ ਭੁਲੇਖਾ ਪਾਉਂਦੇ ਨੇ। ਇਹ ਕਪਟ ਹੈ, ਇਹ ਪਾਖੰਡ ਹੈ। ਪਾਖੰਡ ਆਪਣੀ ਪਾਖੰਡਵਾਦ ਦੀ ਹੱਟੀ ਨੂੰ ਚਲਾਉਣ ਵਾਸਤੇ ਕੀਤਾ ਜਾਂਦਾ ਹੈ। ਸਤਿਗੁਰੂ ਕਹਿੰਦੇ ਕਿਉਂ ਕਰ ਰਿਹਾ? ਕਾਹੇ ਬੋਲਾਂ ਜੋਗੀ ਕਪਟ ਕਾਨਾ। ਇਸ ਕਪਟ ਪੁਣੇ ਵਿੱਚ ਕਿਉਂ ਜਿਉ ਰਿਹਾ? ਇਹ ਕੋਈ ਧਰਮ ਹੈ? ਕਾਇਆ ਕਮਲੀ ਹੰਸ ਇਆਣਾ, ਮੇਰੀ ਮੇਰੀ ਕਰਤ ਵਿਹਾਣੀ ਤਾਂ। ਇਹ ਕਾਇਆ ਜਿਹੜੀ ਹੈ ਨਾ, ਸਰੀਰ ਝੱਲਾ ਹੈ। ਇਹਦੇ 'ਚ ਜਿਹੜਾ ਮਨ ਹੈ ਨਾ, ਹੰਸ, ਉਹ ਇਆਣਾ ਹੈ, ਅਣਜਾਣ ਹੈ। ਇਹ ਤਾਂ ਮੇਰੀ ਮੇਰੀ ਵਿੱਚ ਉਲਝਿਆ ਹੋਇਆ ਹੈ। ਪ੍ਰਣਵਤ ਨਾਨਕ ਨਾਂਗੀ ਦੱਜ ਹੈ, ਫਿਰ ਪਾਛਾ ਪਛਤਾਣੀ ਤਾਂ। ਨਾਨਕ ਜੀ ਬੇਨਤੀ ਕਰਦੇ ਨੇ ਇਹ ਜਿਹੜਾ ਸਰੀਰ ਹੈ ਨਾ, ਨਾਂਗੀ ਦੱਜ ਹੈ, ਨੰਗਾ ਸੜਦਾ ਹੈ ਅਖੀਰ ਆ ਕੇ। ਆਖੋ ਤੇ ਸਾਰੀ ਜ਼ਿੰਦਗੀ ਪਛਤਾਵਿਆਂ ਵਿੱਚ ਜਿਉਇਆ ਤੇ ਪਛਤਾਵਾ ਪੱਲੇ ਪਾਇਆ, ਇਹੀ ਖੱਟਿਆ। ਆਖੋ ਵਾਹਿਗੁਰੂ। ਗੁਰੂ ਦੀ ਬਾਣੀ ਜੀਵਨ ਜਿਉਣਾ ਸਿਖਾਉਂਦੀ ਹੈ। ਗੁਰੂ ਦੀ ਬਾਣੀ ਗੁਰਮੁਖਤਾਈ ਵਾਲਾ ਜੁਗਤ ਸਿਖਾਉਂਦੀ ਹੈ। ਸਤਿਗੁਰੂ ਕਿਰਪਾ ਕਰਨ, ਸਿੱਖਦੇ ਰਹੀਏ। ਗੁਰੂ ਦੇ ਉਪਦੇਸ਼ ਅਨੁਸਾਰ ਜੀਵਨ ਜਿਉਣਾ ਆ ਜਾਵੇ। ਹੋਰਨਾਂ ਨੂੰ ਪ੍ਰੇਰਿਤ ਕਰਦੇ ਰਹੀਏ। ਜਿੰਨੀ ਕੁ ਸਮਝ ਆਈ ਉਹਨੂੰ ਸੋਚ ਸੁਭਾਅ 'ਤੇ ਲਾਗੂ ਕਰਨਾ ਹੈ। ਹੋਰਨਾਂ ਨੂੰ ਪ੍ਰੇਰਿਤ ਕਰਨਾ ਹੈ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨ ਪੀਰੈ ਸੁਣ ਸ਼ਬਦ ਵਿਚਾਰਾ।